Hello friends, Sat Sri Akal. Welcome to Race Academy Official. My name is Ajay Sidana, and after a gap of I think 4 to 5 months, I am back on Race Academy Official. ਸੋ ਜਿਹੜੇ ਮੇਰੇ ਫਰੈਂਡਸ ਨੇ ਉਸ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਜਾਂ ਚੈਨਲ ਤੇ ਨਵੇਂ ਹੋ ਜਾਂ ਪ੍ਰੀਪਰੇਸ਼ਨ ਦੇ ਵਿੱਚ ਨਵੇਂ ਹੈਗੇ ਹੋ ਤਾਂ ਉਹਨਾਂ ਨੂੰ ਮੈਂ ਦੱਸਦਾ ਅਬਾਊਟ ਮਾਈ ਇੰਟਰੋਡਕਸ਼ਨ ਮਾਈ ਨੇਮ ਇਜ਼ ਅਗੇਨ ਸੇਇੰਗ ਮਾਈ ਨੇਮ ਇਜ਼ ਅਜੈ ਸਿਡਾਨਾ and I have more than 10 years of teaching experience and from last year I am attached with Race Academy Official as current affair faculty. ਸੋ ਇਸ ਤੋਂ ਪਹਿਲਾਂ ਆਪਾਂ ਨੈਬ ਤਹਿਸੀਲਦਾਰ ਦੇ ਬੈਚ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਜੋ ਕਰੰਟ ਅਫੇਅਰਸ ਆਪਾਂ ਕੀਤਾ ਸੋ ਹੋਪਸ ਉਹਦਾ ਜਿਹੜਾ ਐਗਜ਼ਾਮ ਹੈ ਉਹ ਬਹੁਤ ਜਲਦੀ ਆ ਜਾਏਗਾ। ਨਾਓ ਅੱਜ ਦੇ ਇਸ ਲੈਕਚਰ ਦਾ ਜੋ ਪਰਪਸ ਹੈ ਉਹ ਹੈ ਇਸ ਲੈਕਚਰ ਦੇ ਵਿੱਚ ਆਪਾਂ ਕਰੰਟ ਅਫੇਅਰਸ ਵਿਦ ਸਟੈਟਿਕ ਜੀਕੇ ਕਿਹੜੇ ਐਗਜ਼ਾਮ ਬਾਰੇ ਗੱਲ ਕਰਾਂਗੇ ਕੋਆਪਰੇਟਿਵ ਸੁਸਾਇਟੀ ਇੰਸਪੈਕਟਰ। ਸੋ ਕੋਆਪਰੇਟਿਵ ਸੁਸਾਇਟੀ ਇੰਸਪੈਕਟਰ ਦੇ ਐਗਜ਼ਾਮ ਦੇ ਵਿੱਚ ਜੋ ਜੀਕੇ ਦਾ ਪੋਰਸ਼ਨ ਹੈ ਉਹਦੇ ਵਿੱਚ ਜੋ ਕਰੰਟ ਅਫੇਅਰ ਕੀ ਰੋਲ ਨਿਭਾਉਂਦਾ ਹੈ ਕੀ ਚੀਜ਼ਾਂ ਉਸ ਦੇ ਵਿੱਚ ਆਪਾਂ ਨੂੰ ਕਰਨ ਦੀ ਲੋੜ ਹੈ ਉਸ ਦੀ ਕੰਪਲੀਟ ਸਟ੍ਰੈਟਜੀ ਐਂਡ ਪਲੈਨਿੰਗ ਆਪਾਂ ਅੱਜ ਦੇ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਸੋ ਜਿਹੜੇ ਵੀ ਪਲੇਟਫਾਰਮ ਤੇ ਤੁਸੀਂ ਮੈਨੂੰ ਦੇਖ ਰਹੇ ਹੋ ਚਾਹੇ ਉਹ YouTube ਹੈ ਜਾਂ ਰੇਸ ਅਕੈਡਮੀ ਆਫੀਸ਼ੀਅਲ ਐਪ ਹੈ ਸੋ ਜੁੜੇ ਰਹਿਣਾ ਹੈ ਅਗਲੇ 15-20 ਮਿੰਟ ਜਿੰਦੇ ਵਿੱਚ ਆਪਾਂ ਕੰਪਲੀਟ ਜਿਹੜੀ ਸਟ੍ਰੈਟਜੀ ਹੈ ਉਹ ਡਿਸਕਸ ਕਰਾਂਗੇ। ਨਾਲ ਦੀ ਨਾਲ ਇੱਕ ਚੀਜ਼ ਹੋਰ ਮੈਂ ਨਵੀਂ ਜਿਹੜੀ ਅੱਜ ਦੇ ਲੈਕਚਰ ਦੇ ਵਿੱਚ ਆਪਾਂ ਕਰ ਰਹੇ ਹਾਂ ਉਹ ਇਹ ਕਰਾਂਗੇ ਕਿ ਬੇਸਡ ਔਨ ਸਿਲੇਬਸ ਕਿਸ ਤਰ੍ਹਾਂ ਦੇ ਕੁਐਸਚਨ ਜਾਂ ਕਿਸ ਪੈਟਰਨ ਤੇ ਕੁਐਸਚਨ ਜਿਹੜੇ ਹੈ ਉਹ ਆਪਾਂ ਐਗਜ਼ਾਮ ਤੋਂ ਐਕਸਪੈਕਟ ਕਰ ਸਕਦੇ ਹਾਂ ਉਹ ਵੀ ਆਪਾਂ ਬੇਸਡ ਔਨ ਕਰੰਟ ਅਫੇਅਰ ਜਿਹੜਾ ਤੁਸੀਂ ਕੱਲ ਪਰਸੋਂ ਜਾਂ ਉਸ ਤੋਂ ਪਹਿਲਾਂ ਦਾ ਕਰੰਟ ਅਫੇਅਰ ਅਗਰ ਤੁਸੀਂ ਪੜ੍ਹਿਆ ਹੈ ਤਾਂ ਉਸ ਦੇ ਬੇਸ ਤੇ ਕਿਸ ਤਰ੍ਹਾਂ ਦੇ ਕੁਐਸਚਨ ਬਣ ਸਕਦੇ ਆ ਉਹ ਆਪਾਂ ਇਸ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਸੋ ਜਿਸ ਤਰ੍ਹਾਂ ਮੈਂ ਦੱਸਿਆ ਕਿ ਇਸ ਲੈਕਚਰ ਦਾ ਪਰਪਸ ਹੈ ਸਟ੍ਰੈਟਜੀ ਐਂਡ ਪਲਾਨ ਆਫ ਕਰੰਟ ਅਫੇਅਰਸ। ਟਾਰਗੇਟ ਐਗਜ਼ਾਮ ਆਪਣਾ ਕਿਹੜਾ ਹੈ ਪੀਪੀਐਸਸੀ ਕੋਆਪਰੇਟਿਵ ਸੁਸਾਇਟੀ ਇੰਸਪੈਕਟਰ ਐਗਜ਼ਾਮ 2022 ਫਾਰਮ ਨਿਕਲ ਚੁੱਕੇ ਹੈ ਓਬਵੀਅਸਲੀ ਤੁਹਾਨੂੰ ਪਤਾ ਹੀ ਹੈ ਲੇਕਿਨ ਜਿਹੜੇ ਐਗਜ਼ਾਮ ਹੈ ਉਹ ਐਕਸਪੈਕਟਡ ਹੈ ਕਿ ਮਾਰਚ ਜਾਂ ਅਪ੍ਰੈਲ ਮਾਰਚ ਦੇ ਵਿੱਚ ਹੋਣ ਦੀ ਉਮੀਦ ਹੈ ਮਾਰਚ ਜਾਂ ਅਪ੍ਰੈਲ ਦੇ ਵਿੱਚ ਇਹ ਐਗਜ਼ਾਮ ਜਿਹੜਾ ਹੈ ਉਹ ਆਏਗਾ। ਸੋ ਕੰਪਲੀਟ ਜਿਹੜਾ ਆਪਾਂ ਪਲਾਨ ਇਸ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ ਬਟ ਉਸ ਤੋਂ ਪਹਿਲਾਂ ਆਪਾਂ ਜਿਹੜਾ ਪਲਾਨ ਡਿਸਕਸ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸੂਗਾ 1 ਮਿੰਟ ਗਾਇਜ਼ ਹਾਂਜੀ ਸੋ ਮੈਂ ਆਪਦੇ ਆਪ ਨੂੰ ਇੱਕ ਵਾਰੀ ਜਿਹੜਾ ਹੈ ਉਹ ਇੱਥੋਂ ਸਕਰੀਨ ਤੋਂ ਹਟਾ ਰਿਹਾ ਤਾਂ ਕਿ ਤੁਹਾਨੂੰ ਜਿਹੜਾ ਸਿਲੇਬਸ ਹੈ ਉਹ ਪੂਰੀ ਤਰੀਕੇ ਨਾਲ ਦਿਖੇ। ਹੁਣ ਅਗਰ ਆਪਾਂ ਜੀਕੇ ਦੇ ਸਿਲੇਬਸ ਦੀ ਗੱਲ ਕਰੀਏ ਜਿਹੜਾ 80 ਮਾਰਕਸ 80 ਕੁਐਸਚਨਸ ਆਣਗੇ ਮਾਰਕਸ ਤਾਂ ਚਲੋ 4 ਗੁਣਾ ਤੁਸੀਂ ਕਰ ਲੈਣਾ ਇਸ ਵਾਰੀ ਨੈਗੇਟਿਵ ਮਾਰਕਿੰਗ ਵੀ ਹੈ ਇਹ ਵੀ ਧਿਆਨ ਰੱਖਣਾ ਪੀਪੀਐਸਸੀ ਦੇ ਐਗਜ਼ਾਮ ਦੇ ਵਿੱਚ। ਸੋ ਜੀਕੇ ਦੇ ਅਗਰ ਆਪਾਂ ਸਿਲੇਬਸ ਦੀ ਗੱਲ ਕਰੀਏ ਤਾਂ ਦੇਖੋ ਕੀ ਲਿਖਿਆ ਹੋਇਆ ਹੈ ਜਨਰਲ ਨੌਲੇਜ ਐਂਡ ਕਰੰਟ ਅਫੇਅਰਸ 1 ਮਿੰਟ ਹਾਂਜੀ ਜਨਰਲ ਨੌਲੇਜ and current affairs of national and international importance including economic issues, polity issues, environment issues, science and technology, any other current issues। ਚਲੋ ਦੂਸਰਾ ਪਾਰਟ ਤਾਂ ਓਬਵੀਅਸਲੀ ਤੁਹਾਨੂੰ ਪਤਾ ਹੀ ਹੈ ਹਿਸਟਰੀ ਐਂਡ ਹਿਸਟਰੀ ਆਫ ਪੰਜਾਬ। ਠੀਕ ਹੈ ਆਪਾਂ ਜਿਹੜਾ ਅੱਜ ਦੇ ਲੈਕਚਰ ਦੇ ਵਿੱਚ ਜਿਹੜਾ ਕੰਸੈਂਟਰੇਟ ਕਰ ਰਹੇ ਹਾਂ ਜਾਂ ਇਸ ਕੋਰਸ ਦੇ ਵਿੱਚ ਮੇਰੇ ਕਰੰਟ ਅਫੇਅਰ ਦੇ ਕੋਰਸ ਦੇ ਵਿੱਚ ਕੰਸੈਂਟਰੇਟ ਕਰਾਂਗੇ ਉਹ ਕਿੱਥੇ ਦੇਖੋ ਕਰਾਂਗੇ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਚੀਜ਼ ਜ਼ਰੂਰ ਦੱਸਣੀ ਚਾਹੂੰਗਾ ਕਿ ਇਸ ਸਿਲੇਬਸ ਨੂੰ ਨਾ ਬੜੇ ਧਿਆਨ ਨਾਲ ਪੜ੍ਹਨ ਦੀ ਲੋੜ ਹੈ। ਪਿਛਲੀ 2 ਵਾਰੀ ਇਹ ਐਗਜ਼ਾਮ ਹੋਇਆ ਹੈ ਠੀਕ ਹੈ ਲਾਸਟ ਈਅਰ ਦੇ ਐਗਜ਼ਾਮ ਨਾਲ ਲਾਸਟ ਜਿਹੜਾ ਐਗਜ਼ਾਮ ਸੀ 2018 ਦੇ ਵਿੱਚ ਇਹਦਾ ਸਿਲੇਬਸ ਉਸ ਟਾਈਮ ਤੇ ਜਿਹੜੇ ਕੁਐਸਚਨ ਹੈ ਉਹ 70 ਆਏ ਸੀਗੇ ਜੀਕੇ ਦੇ ਲੇਕਿਨ ਐਤਕੀ ਜਿਹੜੇ ਕੁਐਸਚਨ ਹੈ ਉਹ 80 ਆਣਗੇ ਲੇਕਿਨ ਇਹਨੂੰ ਬੜਾ ਧਿਆਨ ਨਾਲ ਪੜ੍ਹਨ ਦੀ ਲੋੜ ਹੈ। ਉਸ ਟਾਈਮ ਤੇ ਜੋ ਕੈਂਡੀਡੇਟਸ ਨੇ ਗਲਤੀ ਕੀਤੀ ਉਹ ਤੁਸੀਂ ਗਲਤੀ ਨਹੀਂ ਕਰਨੀ। ਕਿਸ ਤਰੀਕੇ ਨਾਲ ਕੀ ਕਹਿ ਰਿਹਾ ਮੈਂ ਗਲਤੀ ਦਾ ਕੀ ਹੈ ਅਗਰ ਇਹਨੂੰ ਤੁਸੀਂ ਸਿਲੇਬਸ ਨੂੰ ਧਿਆਨ ਨਾਲ ਪੜ੍ਹੋਗੇ ਨਾ ਤਾਂ ਇਹਦੇ ਤੁਸੀਂ ਸਿਰਫ ਇਹ ਨਹੀਂ ਸੋਚਣਾ ਕਿ ਇਕਨੋਮਿਕ ਇਸ਼ੂ ਪੋਲਿਟੀ ਇਸ਼ੂ ਐਨਵਾਇਰਨਮੈਂਟ ਇਸ਼ੂ ਇਹ ਸਿਰਫ ਕਰੰਟ ਅਫੇਅਰ ਦੇ ਹੈ ਕਰੰਟ ਅਫੇਅਰ ਦੇ ਤਾਂ ਹੈਗੇ ਹੈ ਲੇਕਿਨ ਸਿਰਫ ਕਰੰਟ ਅਫੇਅਰ ਦੇ ਨਹੀਂ ਹੈਗੇ ਹੈ। ਇਹਦੇ ਚ ਕੀ ਆਏਗਾ ਤੁਹਾਨੂੰ ਪੋਲਿਟੀ ਐਨਵਾਇਰਨਮੈਂਟ ਸਾਇੰਸ ਐਂਡ ਟੈਕਨੋਲੋਜੀ ਇਕਨੋਮੀ ਇਹ ਤਾਂ ਤੁਹਾਨੂੰ ਆਣੀਆਂ ਹੀ ਚਾਹੀਦੀਆਂ ਠੀਕ ਹੈ ਪਲੱਸ ਖਾਸ ਕਰਕੇ ਇੱਥੇ ਬੜਾ ਇੰਪੋਰਟੈਂਟ ਚੀਜ਼ ਹੈ ਕਰੰਟ ਅਫੇਅਰਸ ਆਫ ਨੈਸ਼ਨਲ ਐਂਡ ਇੰਟਰਨੈਸ਼ਨਲ ਇੰਪੋਰਟੈਂਸ ਇਨਕਲੂਡਿੰਗ ਦਿਸ ਯਾਨੀ ਕਿ ਜਿਹੜੇ ਰੀਸੈਂਟ ਦੇ ਵਿੱਚ ਐਗਜ਼ਾਮ ਤੋਂ ਤੁਸੀਂ ਇਹ ਮੰਨ ਕੇ ਚੱਲੋ ਜ਼ਿਆਦਾ ਕਨਫਿਊਜ਼ ਹੋਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਇਹ ਮੰਨ ਕੇ ਚੱਲੋ ਕਿ ਜਿਸ ਦਿਨ ਤੋਂ ਐਡਵਰਟਾਈਜ਼ਮੈਂਟ ਆਂਦੀ ਹੈ ਨਾ ਤੁਸੀਂ ਥੋੜਾ ਜਿਹਾ ਟਾਰਗੇਟ ਇਹ ਮੰਨ ਕੇ ਚੱਲਿਆ ਕਰੋ ਕਿ ਮੇਨਲੀ ਤੁਸੀਂ ਉੱਥੋਂ ਵੀ ਕਰੰਟ ਅਫੇਅਰ ਪੂਰੀ ਤਰ੍ਹਾਂ ਡਿਟੇਲ ਦੇ ਵਿੱਚ ਕਰ ਲਓ ਦੈਟ ਇਜ਼ ਮੋਰ ਦੈਨ ਸਫੀਸ਼ੀਐਂਟ ਠੀਕ ਹੈ ਜੀ। ਸੋ ਅਗਰ ਆਪਾਂ 1 ਦਸੰਬਰ ਤੋਂ ਜਿਹੜਾ ਹੈ ਇਹ ਕਰੰਟ ਅਫੇਅਰ ਇੱਥੋਂ ਦੀ ਪੜ੍ਹਨੀ ਸ਼ੁਰੂ ਕਰਦੇ ਹਾਂ ਲੇਕਿਨ ਸਿਰਫ ਇਸ ਤਰ੍ਹਾਂ ਨਹੀਂ ਮੈਂ ਤੁਹਾਨੂੰ ਹੁਣੇ ਸੈਂਪਲ ਵੀ ਦਿਖਾਊਂਗਾ ਮੈਂ ਤੁਹਾਨੂੰ ਪੈਟਰਨ ਵੀ ਦਿਖਾਊਂਗਾ ਕਿ ਕਿਸ ਤਰ੍ਹਾਂ ਦੇ ਪੈਟਰਨ ਤੇ ਬੇਸਡ ਔਨ ਪਾਸਟ 2 ਐਗਜ਼ਾਮਸ ਆਫ ਕੋਆਪਰੇਟਿਵ ਇੰਸਪੈਕਟਰ ਕਿਸ ਤਰ੍ਹਾਂ ਦੇ ਕੁਐਸਚਨ ਜਿਹੜੇ ਹੈ ਉਹ ਪੁੱਛੇ ਜਾਂਦੇ ਆ ਇਹ ਸਾਰੀ ਚੀਜ਼ ਆਪਾਂ ਆਉਣ ਵਾਲੀਆਂ ਸਲਾਈਡਸ ਤੇ ਕਰਾਂਗੇ। ਸਭ ਤੋਂ ਪਹਿਲਾਂ ਤੁਸੀਂ ਇੱਥੇ ਇਹ ਸਮਝ ਲਓ ਕਿ ਆਪਾਂ ਇਸ
ਜਿਹੜਾ ਕਰੰਟ ਅਫੇਅਰ ਦੇ ਲੈਕਚਰਸ ਹੈ ਉਹਦੇ ਵਿੱਚ ਕਰਾਂਗੇ ਕਿ ਆਪਾਂ ਇਹ ਪੋਰਸ਼ਨ ਕਵਰ ਕਰਾਂਗੇ ਕਰੰਟ ਅਫੇਅਰਸ ਆਫ ਨੈਸ਼ਨਲ ਐਂਡ ਇੰਟਰਨੈਸ਼ਨਲ ਇੰਪੋਰਟੈਂਸ, ਜਿੰਦੇ ਵਿੱਚ ਇਕਨੋਮੀ, ਪੋਲਿਟੀ, ਐਨਵਾਇਰਨਮੈਂਟ, ਸਾਇੰਸ ਐਂਡ ਟੈਕਨੋਲੋਜੀ ਤੇ ਐਨੀ ਅਦਰ ਕਰੰਟ ਇਸ਼ੂਜ਼, ਕੋਈ ਵੀ ਕਰੰਟ ਇਸ਼ੂ, ਚਾਹੇ ਉਹ ਅਪਾਇੰਟਮੈਂਟ ਦੇ ਹੈ, ਚਾਹੇ ਉਹ ਸਪੋਰਟਸ ਦੇ ਹੈ, ਚਾਹੇ ਉਹ ਹੋਰ ਵੀ ਕੋਈ ਓਬਿਚਰੀ ਹੈ, ਠੀਕ ਹੈ, ਓਬਿਚਰੀ ਸਮਝਦੇ ਹੋਵੋਗੇ ਜਿਸ ਤਰ੍ਹਾਂ ਕੋਈ ਕਿਸੇ ਦਾ ਦੇਹਾਂਤ ਹੋਇਆ, ਉਸ ਤਰ੍ਹਾਂ ਦੀਆਂ ਨਿਊਜ਼ ਹੈਗੀਆਂ, ਉਹਨਾਂ ਸਾਰਿਆਂ ਨੂੰ ਇਨ ਡਿਟੇਲ ਜਿਹੜਾ ਹੈ ਉਹ ਡਿਸਕਸ ਕਰਨਾ ਹੁੰਦਾ ਹੈ। ਇਨ ਡਿਟੇਲ ਤੋਂ ਮੇਰਾ ਭਾਵ ਕੀ ਹੈ, ਹੁਣ ਕਈ ਵਾਰੀ ਨਾ ਸਟੂਡੈਂਟਸ ਦਾ, ਇੱਕ ਵਾਰੀ ਮੈਂ ਤੁਹਾਡੇ ਸਾਹਮਣੇ ਆਣਾ, ਕਈ ਵਾਰੀ ਨਾ ਸਟੂਡੈਂਟਸ ਦਾ ਇਹ ਡਾਊਟ ਹੁੰਦਾ ਹੈ ਕਿ ਸਰ ਕਰੰਟ ਅਫੇਅਰ ਕਿੰਨੇ ਤਰ੍ਹਾਂ ਦੇ ਹੁੰਦੇ ਆ, ਜਾਂ ਫਿਰ ਅਸੀਂ ਰੀਸੈਂਟ ਦੇ ਵਿੱਚ ਹੁਣੇ PSSB ਕਲਰਕ ਦਾ ਐਗਜ਼ਾਮ ਦਿੱਤਾ ਹੈ, ਥੋੜਾ ਟਾਈਮ ਪਹਿਲਾਂ ਅਸੀਂ PSSB ਐਕਸਾਈਜ਼ ਇੰਸਪੈਕਟਰ ਦਾ ਐਗਜ਼ਾਮ ਦਿੱਤਾ ਹੈ, ਜਾਂ ਹੋਰ ਵੀ ਤਰ੍ਹਾਂ ਦੇ ਅਸੀਂ ਐਗਜ਼ਾਮ ਦਿੰਦੇ ਰਹੇ ਹਾਂ। ਕੀ ਫਰਕ ਹੁੰਦਾ ਹੈ ਕਰੰਟ ਅਫੇਅਰਸ ਦੇ ਵਿੱਚ? ਤਾਂ ਮੈਂ ਇਹਦਾ ਜਵਾਬ ਇਹ ਦਊਂਗਾ ਕਿ ਕਰੰਟ ਅਫੇਅਰਸ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ, ਸਿਰਫ ਤੇ ਸਿਰਫ ਫਰਕ ਹੁੰਦਾ ਉਹਦੀ ਡਿਟੇਲਿੰਗ ਦਾ। ਕੁਝ ਐਗਜ਼ਾਮ ਹੈ ਜਿਹੜੇ ਐਕਸਪੈਕਟ ਕਰਦੇ ਆ ਕਿ ਕੈਂਡੀਡੇਟ ਨੂੰ ਕਰੰਟ ਅਫੇਅਰ ਹੈਡਲਾਈਨਸ ਦੇ ਥਰੂ ਆਂਦਾ ਹੋਵੇ, ਤਾਂ ਉਹ ਉਹਨਾਂ ਐਗਜ਼ਾਮਸ ਦੇ ਵਿੱਚ, ਵੈਸੇ ਤਾਂ ਅੱਜ ਕੱਲ ਇਸ ਚੀਜ਼ ਬੜੀ ਰੇਅਰ ਹੈ, ਲੇਕਿਨ ਫਿਰ ਵੀ ਉਦਾਂ ਦੇ ਐਗਜ਼ਾਮਸ ਦੇ ਵਿੱਚ ਤੁਸੀਂ MCQ ਕਰਕੇ ਜਾਂ ਸਿਰਫ ਹੈਡਲਾਈਨਸ ਪੜ੍ਹ ਕੇ ਕੰਮ ਚਲਾ ਸਕਦੇ ਹੋ। ਬਟ ਸਪੈਸ਼ਲੀ PPSC, ਤੁਸੀਂ ਅਗਰ ਪਿਛਲੇ ਪੇਪਰਸ ਵੀ ਚੱਕ ਕੇ ਦੇਖੋ, PPSC ਕੀ ਐਕਸਪੈਕਟ ਕਰਦਾ ਹੈ ਕਿ ਤੁਹਾਨੂੰ, ਜਿਵੇਂ ਆਪਾਂ ਕਹਿੰਦੇ ਨਾ ਕਿ ਵਾਲ ਦੀ ਖਾਲ ਉਧੇੜਨੀ ਆਂਦੀ ਹੋਵੇ, ਯਾਨੀ ਕਿ ਤੁਹਾਨੂੰ ਇੰਨਾ ਕੁ ਉਹ ਚੀਜ਼ ਡੀਪ ਐਨਾਲਿਸਿਸ ਤੁਸੀਂ ਕੀਤਾ ਹੋਵੇ ਉਹਨਾਂ ਕਰੰਟ ਨਿਊਜ਼ ਦਾ, ਉਹ ਕੁਐਸਚਨ ਉੱਥੋਂ ਕਿੱਥੋਂ ਵੀ ਪੁੱਛ ਸਕਦੇ ਆ। ਐਂਡ ਬਿਲੀਵ ਮੀ, ਤੁਹਾਨੂੰ ਇਹ ਜੱਜ ਕਰਨਾ ਵੀ ਮੁਸ਼ਕਿਲ ਹੋ ਜਾਏਗਾ ਕਿ ਇਹ ਸਟੈਟਿਕ ਚੋਂ ਪੁੱਛਿਆ ਇਹਨਾਂ ਨੇ ਜਾਂ ਡਾਇਨਾਮਿਕ, ਜਾਂ ਜਿਹਨੂੰ ਆਪਾਂ ਕਰੰਟ ਇਸ਼ੂਜ਼ ਕਹਿੰਦੇ ਆ, ਇਹਦੇ ਚੋਂ ਪੁੱਛਿਆ। ਸੋ ਤੁਸੀਂ ਆਪਦੀ ਜਨਰਲ ਨੌਲੇਜ ਨੂੰ ਪੂਰੀ ਤਰ੍ਹਾਂ ਐਨਹੈਂਸ ਕਰਨਾ ਹੈ। ਡੀਪ ਨੌਲੇਜ ਜਿੰਨੀ ਆਪਾਂ ਕਰੰਟ ਇਸ਼ੂਜ਼ ਦੀ ਪੜਾਂਗੇ, ਉਨਾ ਜ਼ਿਆਦਾ ਤੁਹਾਨੂੰ ਐਗਜ਼ਾਮ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜਾ ਹੈ ਉਹ ਬੈਨੀਫਿਟ ਹੋਏਗਾ। ਜਿਵੇਂ ਹੁਣ ਇਸ ਤੋਂ ਬਾਅਦ, ਜਿਵੇਂ ਮੈਂ ਤੁਹਾਨੂੰ ਵਾਰੀ-ਵਾਰੀ ਕਹਿ ਰਿਹਾ ਕਿ ਇਸ ਤੋਂ ਬਾਅਦ ਜਿਵੇਂ ਮੈਂ ਕੁਐਸਚਨਸ ਦੀ ਤਰਫ ਜਾਊਂਗਾ, ਤੁਹਾਨੂੰ ਕੁਝ ਸੈਂਪਲ ਕੁਐਸਚਨ ਦੱਸੂਗਾ ਮੈਂ ਪਲਾਨ ਡਿਸਕਸ ਕਰਨ ਤੋਂ ਪਹਿਲਾਂ, ਉੱਥੋਂ ਤੁਹਾਨੂੰ ਇਹ ਅਹਿਸਾਸ ਹੋਏਗਾ ਕਿ ਜਿਹੜੀਆਂ ਗੱਲਾਂ ਮੈਂ ਪਿਛਲੇ 5 ਮਿੰਟ ਕਰ ਰਿਹਾ ਉਹਨਾਂ ਦਾ ਭਾਵ ਕੀ ਹੈ। ਚਲੋ ਆਪਾਂ ਚੱਲਦੇ ਹੀ ਹਾਂ। ਐਕਸਪੈਕਟਿਡ ਪੈਟਰਨ ਆਫ ਕੁਐਸਚਨਸ ਫਰੋਮ GK ਸੈਕਸ਼ਨ ਬੇਸਡ ਔਨ ਕਰੰਟ ਅਫੇਅਰਸ। ਠੀਕ ਹੈ ਜੀ, ਕਈ ਵਾਰੀ ਸਟੂਡੈਂਟਸ ਇਹ ਪੁੱਛ ਲੈਂਦੇ ਕਿ ਸਰ 80 ਕੁਐਸਚਨਸ ਆਣੇ ਹੈ, ਕਿੰਨੇ ਕੁ ਕਰੰਟ ਅਫੇਅਰਸ ਤੇ ਆਣਗੇ? ਦੇਖੋ ਇੰਨਾ ਇਹ ਚੀਜ਼ ਐਗਜ਼ੈਕਟ ਦੱਸਣੀ ਤਾਂ ਜਿਵੇਂ ਮੈਂ ਕਹੂੰਗਾ ਕਿ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਦੀ ਤਰ੍ਹਾਂ ਹੈ, ਲੇਕਿਨ ਫਿਰ ਵੀ ਮੈਂ ਇਹ ਕਹੂੰਗਾ ਕਿ ਮੋਰ ਦੈਨ 20 ਕੁਐਸਚਨਸ ਤੁਹਾਨੂੰ ਕਰੰਟ ਇਸ਼ੂਜ਼ ਤੇ ਹੀ ਮਿਲਣਗੇ। ਮੋਰ ਦੈਨ 20, ਇਹ ਮੈਂ ਵੈਸੇ ਥੋੜੇ ਘੱਟ ਹੀ ਕਹਿ ਰਿਹਾ, ਲੇਕਿਨ ਤੁਹਾਨੂੰ ਕਿਸ ਤਰ੍ਹਾਂ ਦੇ ਕੁਐਸਚਨ ਮਿਲਣਗੇ, ਜਿਵੇਂ ਮੈਂ ਤੁਹਾਨੂੰ ਕਹਿ ਰਿਹਾ ਕਿ ਤੁਹਾਨੂੰ ਇਹ ਪਤਾ ਨਹੀਂ ਲੱਗਣਾ ਕਿ ਇਹ ਸਟੈਟਿਕ ਚੋਂ ਹੈ ਜਾਂ ਡਾਇਨਾਮਿਕ ਚੋਂ ਹੈ। ਜਿਵੇਂ ਫੋਰ ਐਗਜ਼ਾਮਪਲ ਆਪਾਂ ਪੈਟਰਨ ਤੇ ਚੱਲਦੇ ਹਾਂ। ਪਹਿਲਾ ਕੁਐਸਚਨ ਤੁਹਾਡੇ ਸਾਹਮਣੇ, ਤੁਸੀਂ ਕੁਐਸਚਨ ਨੂੰ ਪੜੋ। ਕੁਐਸਚਨ ਕੀ ਕਹਿ ਰਿਹਾ ਹੈ? which of the following statements are correct about the prompt corrective action PCA which was recently in news? ਚਲੋ recently in news ਤੋਂ ਤੁਸੀਂ ਸਮਝ ਗਏ ਕਿ ਭਾਵ ਹੈ ਇਹਦਾ ਕਰੰਟ ਅਫੇਅਰ ਦਾ। ਸਟੇਟਮੈਂਟ ਨੰਬਰ 1, it is related to RBI and RBI used this action for controlling scheduled bank only. Second, it has 3 indicators. And third, shadow banks are not considered regarding this action. So ਹੁਣ ਤੁਸੀਂ ਇਸ ਕੁਐਸਚਨ ਬਾਰੇ ਧਿਆਨ ਨਾਲ ਸੁਣੋ। ਦੇਖਣ ਜੇ ਕੁਐਸਚਨ ਕੀ ਲੱਗ ਰਿਹਾ ਹੈ, ਓਬਵੀਅਸ ਜੀ ਗੱਲ ਹੈ ਕਿ ਇਹ ਇਕਨੋਮੀ ਦਾ ਕੁਐਸਚਨ ਹੈ। ਜਿਵੇਂ ਲਿਖਿਆ ਨਾ ਇਕਨੋਮਿਕ ਇਸ਼ੂਜ਼, ਆਪਾਂ ਹੁਣੇ ਉੱਥੇ ਪੜ੍ਹ ਕੇ ਆਏ ਹਾਂ, ਪਹਿਲੇ ਨੰਬਰ ਤੇ ਲਿਖਿਆ ਹੋਇਆ ਸੀਗਾ ਇਕਨੋਮਿਕ ਇਸ਼ੂਜ਼। ਸੋ ਇਹ ਇਕਨੋਮੀ ਦਾ ਕੁਐਸਚਨ ਹੈ, ਲੇਕਿਨ ਇਹ ਸਟੈਟਿਕ ਪਲੱਸ ਕਰੰਟ ਨੂੰ ਮਿਲਾ ਕੇ ਬਣਿਆ ਹੋਇਆ ਹੈ। ਕਿਸ ਤਰੀਕੇ ਨਾਲ? ਪਹਿਲਾਂ ਤੁਸੀਂ ਇਹਦਾ, ਅਗਰ ਤੁਸੀਂ ਰੀਸੈਂਟ ਦੇ ਵਿੱਚ ਪਰਸੋਂ ਚੌਥੇ ਦੀ ਨਿਊਜ਼ ਅਗਰ ਪੜ੍ਹੀ ਹੈ ਤਾਂ ਇਹ ਆਈ ਥਿੰਕ 15 ਦਸੰਬਰ ਦੇ ਨਜ਼ਦੀਕ ਦੀ ਨਿਊਜ਼ ਹੈ। ਉਸ ਨਿਊਜ਼ ਤੋਂ ਰਿਲੇਟ ਕਰਦਾ ਹੋਇਆ ਇਹ ਕੁਐਸਚਨ ਬਣਾਇਆ ਹੈ। ਇੱਕ ਮਿਕਸਚਰ ਹੈ, ਕਿੰਦਾ ਮਿਕਸਚਰ ਹੈ? ਕਰੰਟ ਨਿਊਜ਼ ਦਾ ਪਲੱਸ ਇਕਨੋਮੀ ਜਿਹੜੀ ਹੈ ਉਹ ਇਕਨੋਮੀ ਨੌਲੇਜ ਦਾ, ਯਾਨੀ ਕਿ ਤੁਹਾਨੂੰ ਇਕਨੋਮੀ ਆਂਦੀ ਹੋਵੇ ਪਲੱਸ ਤੁਹਾਨੂੰ ਉਸ ਚੀਜ਼ ਦਾ ਕਰੰਟ ਵੀ ਆਂਦਾ ਹੋਵੇ। ਤਾਂ ਕੀ ਕਹਿ ਰਿਹਾ ਹੈ ਇਹਦਾ ਸਟੇਟਮੈਂਟ ਦਾ? ਕੀ ਜਵਾਬ ਆਪਾਂ ਦੇਵਾਂਗੇ ਜਾਂ ਕੀ ਆਨਸਰ ਆਏਗਾ? ਕੀ ਪਹਿਲੀ ਤੇ ਦੂਜੀ ਸਟੇਟਮੈਂਟ ਠੀਕ ਹੈ, ਜਾਂ ਸਿਰਫ ਦੂਸਰੀ ਸਟੇਟਮੈਂਟ ਠੀਕ ਹੈ, ਜਾਂ ਦੂਸਰੀ ਤੇ ਤੀਸਰੀ ਸਟੇਟਮੈਂਟ ਠੀਕ ਹੈ, ਜਾਂ ਤਿੰਨੋਂ ਹੀ ਠੀਕ ਹੈ? ਠੀਕ ਹੈ, ਚਲੋ ਆਪਾਂ ਥੋੜਾ ਜਿਹਾ ਇਹਨੂੰ ਐਕਸਪਲੇਨ ਕਰਦੇ ਹਾਂ। ਮੈਂ ਆਪਦੇ ਆਪ ਨੂੰ ਇੱਕ ਵਾਰੀ ਹਾਈਡ ਕਰਦਾ। ਸੋ ਅਗਰ ਆਪਾਂ ਇਸ ਕੁਐਸਚਨ ਦੀ ਗੱਲ ਕਰੀਏ, ਠੀਕ ਹੈ ਜੀ, ਸੋ ਕੁਐਸਚਨ ਹੈ ਜੀ PCA ਬਾਰੇ, ਪ੍ਰੌਮਪਟ ਕਰੈਕਟਿਵ ਐਕਸ਼ਨ। ਸੋ ਨਾਮ ਤੋਂ ਤੁਹਾਨੂੰ ਪਤਾ ਲੱਗਣਾ ਚਾਹੀਦਾ ਹੈ, ਜਾਂ ਜਿਵੇਂ ਤੁਸੀਂ ਇਕਨੋਮੀ ਦੇ ਵਿੱਚ ਪੜ੍ਹਿਆ ਹੋਏਗਾ। ਸੋ ਇਹ ਹੈ ਜੀ ਬੈਂਕਾਂ ਦੇ ਨਾਲ ਰਿਲੇਟਡ ਹੈ ਜਾਂ RBI ਦੇ ਨਾਲ ਰਿਲੇਟਡ ਹੈ। ਓਬਵੀਅਸ ਜੀ ਗੱਲ ਹੈ, ਇਹ RBI ਨਾਲ ਰਿਲੇਟਡ ਹੈ। ਤੇ RBI ਕੀ ਕਰਦਾ ਹੈ? ਜਿਹੜੇ ਵੀ ਬੈਂਕ ਕੁਝ ਨੋਰਮਸ ਤੇ ਖਰੇ ਨਹੀਂ ਉਤਰਦੇ, ਕੁਝ ਨੋਰਮਸ ਉਹਨੇ ਬਣਾਏ ਹੋਏ ਆ, ਕੁਝ ਇੰਡੀਕੇਟਰ ਬਣਾਏ ਹੋਏ ਆ। ਕਿੰਨੇ ਇੰਡੀਕੇਟਰ ਬਣਾਏ ਹੋਏ ਆ ਇਹ ਵੀ ਪਤਾ ਹੋਣਾ ਚਾਹੀਦਾ ਹੈ। ਠੀਕ ਹੈ, ਸੋ ਇਹ ਮੈਂ ਤੁਹਾਨੂੰ ਚਲੋ ਪਹਿਲਾਂ ਦੱਸ ਦਿੰਦਾ। ਇਹ ਸਟੇਟਮੈਂਟ, ਸੈਕਿੰਡ ਵਾਲੀ ਸਟੇਟਮੈਂਟ ਠੀਕ ਹੈ। ਇਹ 3 ਇੰਡੀਕੇਟਰ ਹੁੰਦੇ ਆ ਇਹਦੇ। ਠੀਕ ਹੈ, ਇਹ ਜਿਹੜੇ ਆ ਵਾਲੇ 3 ਇੰਡੀਕੇਟਰ ਹੁੰਦੇ ਆ। ਡਿਟੇਲ ਚ ਆਪਾਂ ਕੋਰਸ ਦੇ ਵਿੱਚ ਕਰਾਂਗੇ।
ਸੋ ਜਦੋਂ ਮੈਂ ਤੁਹਾਨੂੰ ਕਰਵਾਉਣਾ ਹੈ ਦਸੰਬਰ ਦਾ ਕਰੰਟ ਅਫੇਅਰ, ਸੋ ਇਸ ਨਿਊਜ਼ ਨੂੰ ਮੈਂ ਪੂਰੀ ਡਿਟੇਲ ਦੇ ਵਿੱਚ ਕਰਵਾਉਂਗਾ ਕਿ ਕਿਹੜੇ ਕਿਹੜੇ 3 ਇੰਡੀਕੇਟਰ ਹੁੰਦੇ ਹੈ, ਕਿੰਨੇ ਕਿੰਨੇ ਜਦੋਂ ਉਹ ਘਟਦੇ ਹੈ, ਜਿਵੇਂ CRAR ਹੁੰਦਾ ਹੈ, ਠੀਕ ਹੈ ਜੀ। ਸੋ ਪ੍ਰੋਫਿਟ ਰੇਸ਼ੋ ਹੁੰਦਾ ਹੈ, ਜਦੋਂ ਜਦੋਂ ਜਿੰਨਾ ਜਿੰਨਾ ਘਟਦਾ ਹੈ, ਜਾਂ ਕੀ ਜਿਹੜਾ ਹੈ ਉਹ ਰੱਖਦੇ ਹੈ, ਡੈਟਮ ਰੱਖਦੇ ਹੈ ਕਿ ਜਿੰਦੇ ਨਾਲ ਉਸ ਨਾਲ ਉਹਨੂੰ ਕਦੋਂ ਉਹਨਾਂ ਨੂੰ ਐਕਸ਼ਨ ਦੇ ਵਿੱਚ ਲੈਣਾ ਹੈ RBI ਨੇ। ਸੋ ਕੀ ਹੈ, ਇਟ ਇਜ਼ ਰਿਲੇਟਿਡ ਟੂ RBI, ਠੀਕ ਹੈ। and RBI use this action for controlling scheduled banks only। ਹੁਣ ਦੇਖੋ ਇੱਥੇ ਗੱਲ ਆਉਂਦੀ ਹੈ ਕਿ ਅਗਰ ਤਾਂ ਤੁਸੀਂ ਕਰੰਟ ਅਫੇਅਰ ਨਹੀਂ ਪੜਿਆ, ਸਿਰਫ ਤੇ ਸਿਰਫ ਪੜਿਆ ਤੁਸੀਂ ਸਟੈਟਿਕ ਜਾਂ ਇਕਨੋਮੀ ਪੜ੍ਹੀ ਹੈ, ਤਾਂ ਤੁਹਾਨੂੰ ਇਹ ਪਹਿਲੀ ਸਟੇਟਮੈਂਟ ਸਹੀ ਲੱਗੂਗੀ। ਬਟ 15 ਦਸੰਬਰ ਦੀ ਇਹ ਨਿਊਜ਼ ਸੀਗੀ ਕਿ ਪ੍ਰੋਮਪਟ ਕਰੈਕਟਿਵ ਐਕਸ਼ਨ ਜਿਹੜਾ PCA ਹੈ ਉਹ ਹੁਣ NBFC ਤੇ ਵੀ ਲਾਗੂ ਹੋਏਗਾ। NBFC ਨੋਨ ਬੈਂਕਿੰਗ ਫਾਈਨੈਂਸ ਕੰਪਨੀਆਂ ਜਿਹੜੀਆਂ ਹੈ ਉਹਨਾਂ ਤੇ ਵੀ ਇਹ ਲਾਗੂ ਹੋਏਗਾ। ਸੋ ਪਹਿਲੀ ਸਟੇਟਮੈਂਟ ਕੀ ਹੋਗੀ ਆਪਣੀ, ਗਲਤ ਹੋਗੀ। ਦੂਸਰੀ ਸਟੇਟਮੈਂਟ ਠੀਕ ਹੈ, 3 ਇੰਡੀਕੇਟਰ ਹੁੰਦੇ ਹੈ। ਥਰਡ ਸਟੇਟਮੈਂਟ ਕਹਿੰਦੀ ਹੈ ਸ਼ੈਡੋ ਬੈਂਕਸ are not considered regarding this action। ਹੁਣ shadow banks are not considered। ਹੁਣ ਇੱਥੇ ਕੁਐਸਚਨ ਆਂਦਾ ਹੈ ਕਿ what are shadow banks, ਕੀ ਹੁੰਦੇ ਆ shadow banks। ਸੋ shadow banks ਕੀ ਹੁੰਦੇ ਆ, ਜੋ ਆਪਾਂ NBFC ਦੀ ਗੱਲ ਕੀਤੀ, NBFC ਨੂੰ shadow banks ਵੀ ਕਹਿੰਦੇ ਆ ਕਿ ਇਹ ਬੈਂਕ ਦੀ ਇੱਕ ਤਰ੍ਹਾਂ ਦੀ ਪਰਛਾਈ ਹੈ। ਆਲਮੋਸਟ ਸਿਮਿਲਰ ਜਿਹੜੇ ਆਪਰੇਸ਼ਨਸ ਹੁੰਦੇ ਆ ਉਹ NBFC ਕਰਦੀ ਹੈ ਕੁਝ ਆਪਰੇਸ਼ਨਸ ਨੂੰ ਛੱਡ ਕੇ। तो shadow banks are not considered regarding this section। नहीं, ये स्टेटमेंट गलत है क्योंकि आफ्टर 15 दिसंबर इन्होंने की किया है कि shadow banks भी ਜਿਹੜੇ ਹੈ NBFC भी ਜਿਹੜੀਆਂ ਹੈ ਉਹ PCA ਦੇ ਅੰਡਰ ਆਣਗੀਆਂ। ਸੋ ਇਹਦਾ ਸਹੀ ਜਵਾਬ ਕੀ ਹੋਏਗਾ, ਆਪਸ਼ਨ ਨੰਬਰ B, that is only 2। ਸੋ ਦਿਸ ਵਾਸ ਜਸਟ ਅ ਪੈਟਰਨ ਕਿ ਕਿਸ ਤਰ੍ਹਾਂ ਦਾ ਕੁਐਸਚਨ ਤੁਹਾਡੇ ਤੋਂ ਪੁੱਛੇ ਜਾਣਗੇ। ਐਦਾਂ ਦੇ ਕੁਐਸਚਨ ਤੁਹਾਨੂੰ ਤੁਸੀਂ ਆਪਦੇ ਆਪ ਨੂੰ ਪ੍ਰੀਪੇਅਰ ਕਰਨਾ ਹੈ ਐਦਾਂ ਦੇ ਕੁਐਸਚਨਸ ਵਾਸਤੇ। ਸੋ ਐਦਾਂ ਦੇ ਕੁਐਸਚਨ ਵਾਸਤੇ ਸਿਰਫ ਤੁਸੀਂ ਜਿਹੜਾ ਹੈ ਉਹ ਆਪਾਂ ਇਹ ਨਹੀਂ ਹੈ ਕਿ ਆਪਾਂ 10 MCQ ਪੜ੍ਹ ਲਏ ਉਸ ਨਾਲ ਆਪਣਾ ਚੱਲ ਜਾਏਗਾ ਕੰਮ, ਉਹ ਨਹੀਂ ਚੱਲੇਗਾ, ਠੀਕ ਹੈ। ਆਪਾਂ ਨੂੰ ਹਰ ਨਿਊਜ਼ ਦਾ ਡਿਟੇਲਡ ਐਨਾਲਿਸਿਸ ਕਰਨਾ ਪਏਗਾ, ਖਾਸ ਕਰਕੇ ਜਿਹੜੀਆਂ ਨਿਊਜ਼ ਉਹਨਾਂ ਸਿਲੇਬਸ ਦੇ ਪੁਆਇੰਟਸ ਦੇ ਵਿੱਚ ਆਉਂਦੀਆਂ। ਵੈਸੇ ਵੀ ਵਿੱਚ ਕੀ ਆਂਦੀ ਹੈ ਜਦੋਂ ਉਹਨਾਂ ਨੇ ਲਾਸਟ ਤੇ ਲਿਖ ਹੀ ਦਿੱਤਾ ਕਿ ਐਨੀ ਅਦਰ ਕਰੰਟ ਇਸ਼ੂ, ਤਾਂ ਸਭ ਕੁਝ ਜਿਹੜਾ ਕਰੰਟ ਇਸ਼ੂਜ਼ ਦੇ ਵਿੱਚ ਹੈਗਾ ਉਹ ਤੁਹਾਡੇ ਸਿਲੇਬਸ ਦੇ ਵਿੱਚ ਹੈ। ਉੱਥੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਰ ਇਹ ਤਾਂ ਬੈਂਕਿੰਗ ਦਾ ਕੁਐਸਚਨ ਹੈ। ਉਹ ਕਈ ਜਣੇ ਇੱਥੇ ਮੇਰੇ ਫਰੈਂਡ ਇਹ ਵੀ ਕਹਿ ਸਕਦੇ ਹੈ ਕਿ ਸਰ ਇਹ ਬੈਂਕਿੰਗ ਦਾ ਕੁਐਸਚਨ ਹੈ ਜੀ, ਇਹ ਨਹੀਂ ਆਣਾ। ਐਦਾਂ ਨਹੀਂ ਹੈ, ਉਹਨਾਂ ਨੇ ਸਪੈਸ਼ਲੀ ਲਿਖਿਆ ਹੈ ਇਕਨੋਮੀ ਇਸ਼ੂਜ਼। ਸੋ ਇਕਨੋਮੀ ਇਸ਼ੂ ਬਹੁਤ ਇੰਪੋਰਟੈਂਟ ਹੁੰਦੇ ਹੈ, ਸੋ ਉਹ ਤੁਹਾਨੂੰ ਸਾਰੇ ਕਰਨੇ ਹੀ ਪੈਣਗੇ। ਸੈਕੰਡ ਕੁਐਸਚਨ ਦੇਖਦੇ ਹਾਂ ਜੀ, which of the following statements are correct about eco sensitive zones। ਇਕੋ ਸੈਂਸਿਟਿਵ ਜ਼ੋਨ ਦੇ ਨਾਲ ਰਿਲੇਟ ਕਰਦੀਆਂ ਨੀਚੀਆਂ ਦਿੱਤੀਆਂ ਸਟੇਟਮੈਂਟ ਚੋਂ ਕਿਹੜੀ ਸਟੇਟਮੈਂਟ ਸਹੀ ਹੈ। ਹੁਣ ਨਾਮ ਤੋਂ ਪੜੋ, ਇਕੋ ਸੈਂਸਿਟਿਵ ਜ਼ੋਨ, ਇਟ ਮੀਨਸ ਕਿ ਇਹ ਕਿਹੜੇ ਨਿਊਜ਼ ਨਾਲ ਰਿਲੇਟ ਹੈ ਜਾਂ ਕਿਹੜੇ ਸੈਕਸ਼ਨ ਨਾਲ ਰਿਲੇਟਡ ਹੈ, এনवायरमेंट ਸੈਕਸ਼ਨ ਨਾਲ। ਸੋ এনवायरमेंट ਸੈਕਸ਼ਨ ਨਾਲ ਸਟੈਟਿਕ ਵੀ ਹੋ ਸਕਦਾ ਹੈ, ਕਰੰਟ ਇਸ਼ੂ ਵੀ ਹੋ ਸਕਦਾ ਹੈ। ਕਰੰਟ ਇਸ਼ੂ ਇੱਕ ਰਿਹਾ, ਠੀਕ ਹੈ, ਉਸ ਕਰਕੇ ਚਲੋ ਮੈਂ ਤੁਹਾਨੂੰ ਦੱਸਦਾ ਇਸ ਚੀਜ਼ ਦਾ ਡਿਟੇਲ, ਲੇਕਿਨ ਆਪਾਂ ਪਹਿਲਾਂ ਪੜ੍ਹਦੇ ਹਾਂ ਸਟੇਟਮੈਂਟ ਨੰਬਰ 1, ਇਕੋ ਸੈਂਸਿਟਿਵ ਜ਼ੋਨਸ or ecologically fragile areas are areas within 10 kilometers around protected areas, national parks and wildlife sanctuaries। ये ਆਪਾਂ मतलब guess ਤਾਂ ਨਹੀਂ, ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਹੀ ਹੈ ਕਿ ਗਲਤ ਹੈ। then eco sensitive zones are notified by Ministry of Environment, Forest and Climate Change, Government of India under Environment Protection Act 1986। ਸੋ ਹੁਣ ਤੁਸੀਂ ਦੇਖੋ ਕਿੰਨੀ ਡਿਟੇਲ ਪੁੱਛੀ ਗਈ ਹੈ ਤੇ ਤੁਹਾਨੂੰ ਇਸ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਹੈ ਕਿ এনवायरमेंट ਪ੍ਰੋਟੈਕਸ਼ਨ ਐਕਟ ਕਦੋਂ ਆਇਆ, ਕਰਨ ਨੂੰ ਇੱਥੇ ਵੀ ਕੋਈ ਡਾਟਾ ਚੇਂਜ ਕਰ ਸਕਦੇ ਸੀਗੇ, ਤੇ ਜਾਂ ਜਿਹੜੇ ਇਕੋ ਸੈਂਸਿਟਿਵ ਜ਼ੋਨ ਹੈ ਉਹ ਕਿਹੜੀ ਜਿਹੜੀ ਮਿਨਿਸਟਰੀ ਦੇ ਅੰਡਰ ਆਉਂਦੇ ਹੈ। ਸੋ ਇਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ। ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਹ ਕੁਐਸਚਨ ਬਣਿਆ ਹੀ ਕਿਉਂ ਜਿਹੜਾ ਹੈ ਮੈਂ ਇਹਨੂੰ ਸੈਂਪਲ ਕੁਐਸਚਨਸ ਦੇ ਵਿੱਚ ਹੀ ਪਾਇਆ, ਕਿਉਂਕਿ 16 ਦਸੰਬਰ ਦੀ ਇੱਕ ਨਿਊਜ਼ ਸੀਗੀ, ਨਿਊਜ਼ ਦਾ ਨਾਮ ਸੀਗਾ ਕਿ ਅਸਕਟ ਵਾਈਲਡ ਲਾਈਫ ਸੈਂਚੁਰੀ। ਅਸਕਟ ਵਾਈਲਡ ਲਾਈਫ ਸੈਂਚੁਰੀ ਹੈ ਇੱਕ ਉੱਤਰਾਖੰਡ ਦੇ ਵਿੱਚ ਪਿਥੌਰਾਗੜ੍ਹ ਡਿਸਟ੍ਰਿਕਟ ਦੇ ਵਿੱਚ ਜਿਹੜੀ ਅਸਕਟ ਵਾਈਲਡ ਲਾਈਫ ਸੈਂਚੁਰੀ ਹੈ ਉਹਨੂੰ ਇਕੋ ਸੈਂਸਿਟਿਵ ਜ਼ੋਨ ਡਿਕਲੇਅਰ ਕੀਤਾ ਗਿਆ, ਠੀਕ ਹੈ। ਸੋ ਦੈਟਸ ਵਾਈ ਅਗਰ ਉਹ ਨਿਊਜ਼ ਦੇ ਵਿੱਚ ਸੀਗਾ ਤਾਂ ਇਕੋ ਸੈਂਸਿਟਿਵ ਜ਼ੋਨ ਬਾਰੇ ਕੁਐਸਚਨ ਪੁੱਛ ਲਿਆ ਗਿਆ, ਠੀਕ ਹੈ। ਸੋ ਇਹਦੇ ਬਾਰੇ ਤੁਹਾਨੂੰ ਮੈਂ ਦੱਸਾਂ ਤਾਂ ਪਹਿਲੀ ਸਟੇਟਮੈਂਟ ਵੀ ਠੀਕ ਹੈ, ਦੂਸਰੀ ਸਟੇਟਮੈਂਟ ਵੀ ਠੀਕ ਹੈ। ਸੋ ਆਨਸਰ ਵਿਲ ਬੀ ਡੀ, ਦੈਟ ਇਜ਼ both of the above, both of the above। ਖਾਸ ਕਰਕੇ ਧਿਆਨ ਰੱਖਣਾ ਹੈ ਕਰੈਕਟ ਪੁੱਛਿਆ ਕਿ ਨੋਟ ਕਰੈਕਟ ਪੁੱਛਿਆ ਹੈ, ਉਹ ਵੀ ਬੜਾ ਜਿਹੜਾ ਹੈ ਉਹ ਇਸ਼ੂ ਹੁੰਦਾ ਹੈ। ਸੋ ਆਰ ਕਰੈਕਟ ਮੀਨਸ ਦੋਨੋਂ ਕਰੈਕਟ ਹੈ। ਓਕੇ ਹੈ ਜੀ। ਥਰਡ, which of the following financial institution of India has recently launched ਧਨ ਰੇਖਾ ਪਲਾਨ। ਸੋ ਧਨ ਰੇਖਾ ਪਲਾਨ ਜਿਹੜਾ ਹੈ ਉਹ ਰੀਸੈਂਟ ਦੇ ਵਿੱਚ ਇੰਡੀਆ ਦੇ ਕਿਹੜੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨੇ ਜਿਹੜਾ ਹੈ ਉਹ ਜਾਰੀ ਕੀਤਾ ਹੈ ਜਾਂ ਲਾਂਚ ਕੀਤਾ ਹੈ। ਸੋ ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਦੀ ਆਨਸਰ ਇਜ਼
LIC। ठीक है, नहीं आंदा घबराओ ना, ये जस्ट एक पैटर्न है कि किस तरह के क्वेश्चन ਆਪਾਂ ਨੂੰ एग्जाम ਦੇ ਵਿੱਚ करंट अफेयर ਨਾਲ रिलेटेड आ सकते हैं। क्वेश्चन नंबर 4 करते हैं, which of the following combination is correct। ठीक है जी, ਕਿਹੜਾ ਜਿਹੜਾ ਕੰਬੀਨੇਸ਼ਨ ਹੈ ਇਹਨਾਂ ਚੋਂ correct ਹੈਗਾ ਹੈ। ਇੱਧਰ ਦਿੱਤਾ ਹੋਇਆ 1 2 3 ਇੰਟਰਨੈਸ਼ਨਲ ਟੀ ਡੇ, ਨੈਸ਼ਨਲ એનર્ਜੀ ਕੰਜ਼ਰਵੇਸ਼ਨ ਡੇ, ਵਿਜੈ ਦਿਵਸ। ਤੇ ਇੱਧਰ ਪੁਆਇੰਟ ਨੰਬਰ 1 ਦਿੱਤਾ ਹੈ December 14, December 15 ਐਂਡ December 16। ਸੋ ਦੇਖੋ ਉਸ ਤੋਂ ਬਾਅਦ ਆਨਸਰ ਦਿੱਤੇ ਹੈ ਕਿ ਪਹਿਲੇ ਨਾਲ 1 ਹੈ, ਦੂਸਰੇ ਨਾਲ 2 ਹੈ, ਤੀਸਰੇ ਨਾਲ 3 ਹੈ, ਜਾਂ ਪਹਿਲੇ ਨਾਲ 2 ਹੈ, ਦੂਸਰੇ ਨਾਲ, ਮਤਲਬ ਕਿਹੜਾ ਕੰਬੀਨੇਸ਼ਨ ਇਹਨਾਂ ਚੋਂ ਸਹੀ ਹੈ, ਜਾਂ ਕੋਈ ਵੀ ਕੰਬੀਨੇਸ਼ਨ ਇਹਨਾਂ ਤਿੰਨਾਂ ਚੋਂ ਸਹੀ ਨਹੀਂ ਹੈਗਾ। ਸੋ ਇੱਥੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤਿੰਨਾਂ ਚੋਂ ਕੋਈ ਇੱਕ ਵੀ ਆਂਦਾ ਤਾਂ ਤੁਸੀਂ ਕੁਝ ਹੱਦ ਤੱਕ ਗੈਸ ਕਰ ਸਕਦੇ ਹੋ। ਠੀਕ ਹੈ, ਜਿਵੇਂ ਇੰਟਰਨੈਸ਼ਨਲ ਟੀ ਡੇ ਅਗਰ ਤੁਹਾਨੂੰ ਆਂਦਾ ਹੈ ਤਾਂ ਤੁਸੀਂ ਇੱਥੋਂ ਕਰ ਸਕਦੇ ਹੋ, ਨੈਸ਼ਨਲ એનર્ਜੀ ਕੰਜ਼ਰਵੇਸ਼ਨ ਡੇ ਪਤਾ ਹੈ ਤਾਂ ਇਹਨਾਂ ਤਿੰਨਾਂ ਚੋਂ ਦੇਖੋ ਵੀ ਕਿਹੜਾ ਆ ਸਕਦਾ ਹੈ, ਜਾਂ ਵਿਜੈ ਦਿਵਸ। ਮੈਨੂੰ ਇਹ ਲੱਗਦਾ ਵੀ ਇਹਦੇ ਚੋਂ ਸਭ ਤੋਂ ਸੌਖਾ ਇਹ ਹੈ ਕਿ ਵਿਜੈ ਦਿਵਸ, ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਕਿ ਵਿਜੈ ਦਿਵਸ ਜਿਹੜਾ ਹੈ ਉਹ December 16 ਨੂੰ ਹੁੰਦਾ ਹੈ। तो इट मीनस कि तीसरे नाल तीसरा आऊगा, तो तीसरे नाल तीसरा एस च भी हैगा, तीसरे नाल तीसरा एस च भी हैगा। इट मीनस कि नन ऑफ दी अबव भी नहीं आ सकता ते आ भी नहीं आ सकता। सो इहदे थोड़ी जिवें केबीसी च हुंदा ना 50-50 वाली कमांड तां इहदे च लागू हो सकती है, लेकिन अगे तुहानूं एक डे होर पता होना चाहिए है। ठीक है, सो इहदा जिहड़ा सही जवाब है फ्रेंड्स वो हैगा बी, पहले दा 2 है। इंटरनैशनल टी डे हुंदा है, चाय दा दिवस हुंदा है December 15 ते एनर्जी कंजरवेशन डे हुंदा है December 14। तो इदां दे क्वेश्चन तुहानूं एग्जाम दे विच देखण नूं मिलणगे जिंदे लई आपां खुद नूं प्रिपेयर करना है। सो पैटर्न दा आखिरी क्वेश्चन अज दा, विच ऑफ द फॉलोइंग इज द रैंक ऑफ इंडिया इन रिसेंटली रिलीज्ड वर्ल्ड टैलेंट रैंकिंग 2021। सो वर्ल्ड टैलेंट रैंकिंग 2021 जिहड़ी कि रिसेंट दे विच डिक्लेयर कीती गई, उहदे च इंडिया दा किन्ना रैंक सी। देखो किन्ने नज़दीक आंदे आ, 56, 58, 54, 57। ताकि तुसी इस तरह नहीं है कि सरसरी जी निगाह मारी तो उस नाल हो गया, तुहानूं एग्जैक्ट पता होना चाहिए कि किन्ना रैंक जिहड़ा है वो इंडिया दा आया। सो ये है जी 56th रैंक। तो इदां दे क्वेश्चन आपां एक्सपैक्ट करांगे जिहड़ा। सो हुण उस तो पहला जो जिवें मैं तुहानूं दस रहा कि इदां दे क्वेश्चन आपां एग्जाम दे विच एक्सपैक्ट करांगे। नाउ हाउ टू डू, किस तरह आपां प्रिपेयर करांगे, अगले 5-7 मिनट आपां इस चीज़ ते लगावांगे कि इस तरह की प्रिपरेशन आपां किस तरीके नाल करांगे। सो उस तो उहदे विच मैं तुहानूं दसना चाहूँगा कि जिस तरह तुसीं करंट अफेयर बारे मैं हमेशा एक गल कहना, जिवें मैं तुहानूं दस्सिया कि पास्ट काफ़ी ईयर्स तो मैं इह चीज़ नूं करवा रहा, पहलां ऑफलाइन करवाते सी, फिर लास्ट ईयर तो ऑनलाइन करवाउण लग गए, है ना। सो उहदे च मैं तुहानूं हमेशा एक चीज़ कहना कि अगर आपां जिन्ना एग्जाम दे रिलेटेड पढ़ना है, सो ये नहीं हुंदा कि आपां आखिरी 3 दिनां दे विच या आखिरी 2 दिनां दे विच उस चीज़ नूं कर लांगे। उहदे च हमेशा कन्फ्यूजन हुंदी है। सो डेली बेसिस ते तुसीं जिहड़ा करंट इशूज़ या करंट अफेयर जिहड़े है वो करने है, उन्होंने किस तरीके नाल आपां करांगे। हर लैक्चर का आ कंटेंट होएगा, टेबल ऑफ कंटेंट ऑफ एवरी लैक्चर। हर लैक्चर दे विच सब तो पहला आपां वार्म अप क्वेश्चन करांगे, जिहड़े कि पिछले करंट अफेयर जिहड़ा आपां लैक्चर लिता होएगा उहदे बेस ते होणगे, 5 हो सकदे आ, 7 हो सकदे आ, 10 हो सकदे आ। दैन आपां करांगे जिहड़े भी डे दा या किसी 2 दिन दा आपां करंट अफेयर कर रहे हां, उहदे च किहड़े-किहड़े इंपोर्टेंट डेज रहे, उहदी की थीम रही, किहड़ी मिनिस्ट्री ने किहड़े डिपार्टमेंट ने उन्होंने सैलीब्रेट किया। ठीक है, उनकी ईच एंड एवरी डिटेल आपां करांगे। फिर न्यूज़ ऑफ नैशनल इंपोर्टेंस, न्यूज़ रिलेटेड टू इकोनॉमी, न्यूज़ रिलेटेड टू एनवायरनमेंट, साइंस एंड टेक्नोलॉजी, इंटरनेशनल इशूज़, ऑब्यूचरी, अपॉइंटमेंट, अवार्ड एंड ऑनर, स्पोर्ट्स ते मिसलेनियस। सो जो चीज़ अपने सिलेबस दे विच लिखी हुई है एज इट इज़, जो करंट न्यूज़ हैगी है उन्होंने सैगमेंट वाइज आपां इस तरह डिस्कस करके ते आपां उस सारी चीज़ नूं जिहड़ा है वो कंप्लीटली एनालिसिस करांगे। ओके, दैन सोर्सिस की रहणगे एंदे एज इन्हां लैक्चर्स लई मैं सब तो इंपोर्टेंट जिहड़ा सोर्स यूज़ करदा वो है द हिंदू, दैन द इंडियन एक्सप्रैस, बिजनेस स्टैंडर्ड जिहदे चों इकोनॉमी रिलेटेड न्यूज़ मिलदी है, गवर्नमेंट दी वैबसाइट्स, मंत्रालयां दी वैबसाइट जिहड़ियां है, एंड वेरीअस न्यूज़ एजेंसी स्पैशली PIB। सो इन्हां सारे सोर्सिस तो तुहानूं जिहड़ियां न्यूज़ है वो डेली तौर ते तुहानूं मिलणगियां, सैगमेंट वाइज मिलणगियां, ताकि आपां नूं एग्जाम दे विच कोई भी जिहड़ी दिक्कत है वो ना आवे। ठीक है जी, हुण आपां गल करदे हां जी लैक्चर्स दा शेड्यूल की रहेगा, प्लान की रहेगा। अगर आपां कह रहे हां कि आपां अज तो अपनी जिहड़ियां क्लासां है शुरू करतीआं, संडे अपना ऑफ रहा करेगा, संडे अपना ऑफ नहीं है, रिवीजन डे होया करेगा। तुसीं जिहड़ा कुछ पढ़िया है, जो PDF तुसीं मैं तुहानूं दूंगा, उन्होंने सब नूं तुसीं जिहड़ा है उस संडे नूं जिहड़ा है रिवाइज करना है। दैन आपां हर वीक दे विच एक टेस्ट भी लिया करांगे। ठीक है, बट उस तो पहला क्योंकि आपां 1 दिसंबर तो ही जिहड़ी GK करंट अफेयर है शुरू करना है, सो 31 दिसंबर तक का प्लान आ तुहाडे सामने है।
सब तो पहला मंडे ਨੂੰ ਆਪਾਂ ਸ਼ੁਰੂ ਕਰਾਂਗੇ ਜੀ 20 ਦਸੰਬਰ ਨੂੰ ਆਪਾਂ ਕਰਾਂਗੇ ਕਰੰਟ ਅਫੇਅਰ ਐਂਡ ਸਟੈਟਿਕ ਜੀਕੇ ਆਫ 16 ਐਂਡ 17 ਦਸੰਬਰ then 18 19 20 21 then 22 ਤੇ 23 ਦਸੰਬਰ ਦਾ ਕਰੰਟ ਅਫੇਅਰ then ਦੇਖੋ 24 ਦਸੰਬਰ ਨੂੰ ਆਪਾਂ ਕਰਾਂਗੇ ਕਰੰਟ ਅਫੇਅਰ ਐਂਡ ਸਟੈਟਿਕ ਜੀਕੇ ਆਫ ਦਸੰਬਰ 1 to 15 ਦਾ ਪਾਰਟ 1 ਇਹ ਜਿਹੜਾ ਪਾਰਟ ਹੈ ਨਾ ਪਾਰਟ 1 ਪਾਰਟ 2 ਪਾਰਟ 3 ਇਹ ਅੱਗੇ ਵੀ ਆਏਗਾ ਪਾਰਟ 4 ਜਨਵਰੀ ਦੇ ਵਿੱਚ ਆਏਗਾ ਪਾਰਟ 4 ਪਾਰਟ 5 ਉਹਨੂੰ ਮੈਂ ਜਿਹੜਾ ਹੈ ਉਸੇ ਤਰ੍ਹਾਂ ਸੈਗਮੈਂਟ ਵਾਈਜ਼ ਹੀ ਕਰਵਾਉਂਗਾ ਇੱਕ ਮਿੰਟ ਸ਼ਾਇਦ ਤੁਹਾਨੂੰ ਨਾ ਦਿਖ ਰਿਹਾ ਹੋਵੇ 1 ਮਿੰਟ ਹਾਂਜੀ ਸੋ ਹੁਣ ਤੁਸੀਂ ਦੇਖ ਸਕਦੇ ਹੋ ਸਾਰਾ ਸੋ ਇਹਦੇ ਚ ਕੀ ਹੈ ਤੁਹਾਨੂੰ ਮੈਂ ਪਾਰਟ ਵਾਈਜ਼ ਐਸੀ ਤਰ੍ਹਾਂ ਕਰਵਾਉਂਗਾ ਕਿ ਨੈਸ਼ਨਲ ਇੰਪੋਰਟੈਂਸ ਕੀ ਰਹੇ ਇੰਟਰਨੈਸ਼ਨਲ ਇੰਪੋਰਟੈਂਸ ਦੀਆਂ ਨਿਊਜ਼ ਕੀ ਰਹੀਆਂ ਠੀਕ ਹੈ ਇਕਨੋਮੀ ਰਿਲੇਟਡ ਕਿਹੜੀਆਂ ਨਿਊਜ਼ ਰਹੀਆਂ এনवायरमेंट ਰਿਲੇਟਡ ਕਿਹੜੀਆਂ ਰਹੀਆਂ ਸਾਇੰਸ ਐਂਡ ਟੈਕਨੋਲੋਜੀ ਰਿਲੇਟਡ ਕਿਹੜੀਆਂ ਰਹੀਆਂ ਐਂਡ ਵਨ ਥਿੰਗ ਦੈਟ ਫॉर श्योर ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸਦਾ ਕਿ ਸਿਰਫ ਐਨਾਲਿਸਿਸ ਨਹੀਂ ਆਪਾਂ ਬੇਸਡ ਔਨ ਮੰਨ ਲਓ ਕੋਈ ਟੌਪਿਕ ਆ ਗਿਆ ਨੈਸ਼ਨਲ ਪਾਰਕ ਦਾ ਟੌਪਿਕ ਆ ਗਿਆ ਜਿਹੜੇ ਤਾਂ ਸਟੂਡੈਂਟ ਮੇਰੇ ਤੋਂ ਪੜ੍ਹੇ ਹੋਏ ਆ ਉਹਨਾਂ ਨੂੰ ਚੰਗੀ ਤਰ੍ਹਾਂ ਇਸ ਚੀਜ਼ ਦਾ ਪਤਾ ਹੈ ਕਿ ਐਨਾਲਿਸਿਸ ਦਾ ਮਤਲਬ ਕੀ ਹੈ ਮੇਰਾ अगर मान लो कोई भी टॉपिक आ गया चाहे साइंस एंड टैक्नोलॉजी जिवें फनकार सर ने तुहानूं अज किहा कि साइंस एंड टैक्नोलॉजी ते भी पूरा ध्यान दिता जाऊगा जिवें मान लो कोई टॉपिक आ गया कोई मिसाइल दा टॉपिक आ गया तो उनकी आपां कंप्लीट डिटेल करांगे कि सबसोनिक की हुंदा है सुपरसोनिक की हुंदा है ये जिहड़े टॉरपीडो हुंदा है वो की चीज़ हुंदी है या जिहड़ी भी कोई अल्ट्रासोनिक सबसोनिक ये सारियां की चीज़ां हुंदियां सो उन्हां बारे सारा कोई क्वेश्चन जिहड़ा है वो साइंस एंड टैक्नोलॉजी चों काफ़ी जिहड़े क्वेश्चन है वो पूछे जांदे है सो जिहड़ा भी टॉपिक आ गया नैशनल पार्क दा टॉपिक आ गया तो आपां उहदी डिटेल करांगे ਈਵਨ ਆਪਾਂ ਵਿੱਚੋਂ ਸਟੈਟਿਕ ਜੀਕੇ ਦੇ ਸਟੇਟਸ ਵਾਈਜ਼ ਵੀ ਕਰਾਂਗੇ ਕਿਉਂਕਿ ਜਿਓਗ੍ਰਾਫੀ ਆ ਜਾਂਦਾ ਕਈ ਵਾਰੀ ਸੋ ਇਹ ਚੀਜ਼ ਕਿੱਥੇ ਹੈ ਕਿਹੜੀ ਸਟੇਟ ਦੀ ਕੀ ਚੀਜ਼ ਇੰਪੋਰਟੈਂਟ ਹੈ ਤਾਂ ਉਹ ਵੀ ਚੀਜ਼ਾਂ ਜਿਹੜੀਆਂ ਹੈ ਉਹ ਆਪਾਂ ਨਾਲ ਡਿਸਕਸ ਕਰਦੇ ਜਾਵਾਂਗੇ ਸੋ ਫਰੈਂਡਸ ਹੁਣ ਤੁਸੀਂ ਇਸ ਲਈ ਕਰਨਾ ਕੀ ਹੈ ਇਸ ਲਈ ਤੁਸੀਂ ਆਪਟ ਕਰਨਾ ਹੈ ਰੇਸ ਅਕੈਡਮੀ ਆਫੀਸ਼ੀਅਲ ਦੇ ਵਿੱਚ ਕੋਆਪਰੇਟਿਵ ਸੁਸਾਇਟੀ ਇੰਸਪੈਕਟਰ ਦਾ ਕੋਰਸ ਸੋ ਉਸ ਕੋਰਸ ਦੇ ਵਿੱਚ ਜਿਹੜੀ ਕਲਾਸਿਸ ਹੈ ਇਹ ਅੱਜ ਪਹਿਲੀ ਕਲਾਸ ਹੈ ਜਿੰਦੇ ਤੇ ਆਪਾਂ ਸਿਰਫ ਇੰਟਰੋਡਕਸ਼ਨ ਕੀਤੀ ਐਂਡ ਜਿਹੜਾ ਹੈ ਆਪਾਂ हो सकता है मैं थोड़ा जिहा फास्ट कर गया होवां सो उस लई सॉरी लेकिन आपां जदों कंप्लीट क्लास होएगी सो उहदे च आपां बड़े ही ईजी बड़े ही तरीके नाल आपां जिहड़ा है वो हौली हौली एक चीज़ नूं एनालिसिस करते हुए घंटे दा लैक्चर हुंदा है सो मैं फिर कहूँगा जो मेरे पुराने स्टूडेंट है उन्होंने चंगी तरह पता है सो जो न्यू हैगे है ठीक है सो वो जिहड़े है वो आपां मंडे तो पहला लैक्चर जिहड़ा है वो स्टार्ट करांगे जिंदे च आपां 16 ते 17 दसंबर दा करंट अफेयर दा कंप्लीट एनालिसिस जिहड़ा है वो आपां डिस्कस करांगे ठीक है फ्रेंड्स सो इन्हां गल्लां दे नाल जिहड़ा है वो ਆਪਾਂ ਇਸ ਲੈਕਚਰ ਨੂੰ ਇੱਥੇ ਹੀ ਜਿਹੜਾ ਹੈ ਖਤਮ ਕਰਦੇ ਹਾਂ ਕੋਈ ਫੀਡਬੈਕ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦਿਓ ਅਦਰਵਾਈਜ਼ ਆਪਾਂ ਇੱਥੇ ਜਿਹੜਾ ਹੈ ਕੋਈ ਤੁਹਾਡੀ ਕੁਐਰੀ ਹੈ ਤਾਂ ਕੰਟੈਕਟ ਨੰਬਰ ਤੁਹਾਨੂੰ ਤੁਹਾਡੇ ਸਾਹਮਣੇ ਜਾ ਰਿਹਾ ਹੈ ਠੀਕ ਹੈ ਇਸ ਕੰਟੈਕਟ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਸੋ ਮਿਲਦੇ ਹਾਂ ਟਿਊਜ਼ਡੇ ਨੂੰ ਮੰਡੇ ਨੂੰ ਸੋ ਮੰਡੇ ਨੂੰ ਆਪਾਂ ਪਹਿਲੇ ਲੈਕਚਰ ਦੇ ਵਿੱਚ ਮਿਲਦੇ ਹਾਂ ਈਵਨਿੰਗ ਤੱਕ ਜਿਹੜੀ ਹੈ ਉਹ ਤੁਹਾਨੂੰ ਜਿਹੜੀ ਹੈ ਅਪਲੋਡ ਹੋ ਜਾਏਗਾ ਪਹਿਲਾ ਲੈਕਚਰ ਸੋ ਉਸ ਲੈਕਚਰ ਦੇ ਵਿੱਚ ਆਪਾਂ ਕਰੰਟ ਅਫੇਅਰ ਡਿਸਕਸ ਕਰਦੇ ਹਾਂ ਕੋਈ ਵੀ ਕੁਐਰੀ ਹੈ ਯੂ ਆਰ ਮੋਸਟ ਵੈਲਕਮ Thank you so much, friend.